Hello everyone, myself Pradeep Kaur, lecturer at SRS Government Polytechnic College Ludhiana. I am from Electronics and Communication Department. Today we are going to take an introduction of electronic instruments and measurement. This is our first lecture of this subject. We will discuss the only introduction part. First of all, we will discuss what is measurement and what is an instrument. Measurement ਕੀ ਹੁੰਦਾ? Measurement is the process by which we can convert a physical parameter to meaningful number. The physical parameter being measured is called measurement. Measurement ਕੀ ਆ? ਇੱਕ ਪ੍ਰੋਸੈਸ ਆ, ਮਤਲਬ ਇੱਕ ਪ੍ਰੋਸੈਸ ਆ ਜਿਹਦੇ ਵਿੱਚ ਕੀ ਕਰਦੇ ਆ ਆਪਾਂ ਕੋਈ ਵੀ ਫਿਜ਼ੀਕਲ ਕੁਆਂਟਿਟੀ ਨੂੰ, ਫਿਜ਼ੀਕਲ ਪੈਰਾਮੀਟਰ ਨੂੰ ਇੱਕ ਮੀਨਿੰਗਫੁਲ ਫਾਰਮ ਦੇ ਵਿੱਚ ਕਨਵਰਟ ਕਰ ਦਿੰਦੇ ਆ। ਫੋਰ ਐਗਜ਼ਾਮਪਲ ਲੈਂਥ ਆ ਕਿਸੇ ਕਲੋਥ ਦੀ ਲੈਂਥ, ਜਾਂ ਕਹਿ ਲਓ ਕਲੋਥ ਇੱਕ ਫਿਜ਼ੀਕਲ ਕੁਆਂਟਿਟੀ ਆ, ਲੈਂਥ ਉਹਦਾ ਫਿਜ਼ੀਕਲ ਮੈਜਰਿੰਗ ਪੈਰਾਮੀਟਰ ਹੋ ਗਿਆ। 5 ਮੀਟਰ ਲੈਂਥ, 6 ਮੀਟਰ ਲੈਂਥ ਆਪਾਂ ਦੱਸ ਰਹਾਂਗੇ ਕਿ ਕੱਪੜਾ 5 ਮੀਟਰ ਆ, 6 ਮੀਟਰ ਆ, ਦੈਟ ਇਜ਼ meaningful form of that physical parameter. I repeat, length is a physical parameter, 5 meter is its meaningful quantity which we are taking after the process of measurement. The instrument used to perform this measurement is called a scale, or we can say scale is an instrument. Next is method of measurement. How measurement is performed? Basically there are two types of measurement methods. First is direct method and second is indirect method. Direct method ਉਹੀ ਸੀ ਜਿਹੜਾ ਆਪਾਂ ਹੁਣੀ ਦੇਖਿਆ ਕਿ ਲੈਂਥ ਲਈ ਕੋਈ ਵੀ ਕਲੋਥ ਦੀ ਲੈ ਲਓ ਜਾਂ ਕੋਈ ਵੀ ਲੈਂਥ ਮੈਜਰਿੰਗ ਚੀਜ਼ ਲੈ ਲਈ, ਉਹਨੂੰ ਡਾਇਰੈਕਟਲੀ ਆਪਾਂ ਇੱਕ ਸਕੇਲ ਦੇ ਨਾਲ ਕੰਪੇਅਰ ਕਰ ਰਹੇ ਹਾਂ, ਸਕੇਲ ਦੇ ਅੱਗੇ ਰੱਖ ਕੇ ਕੰਪੈਰੀਜ਼ਨ ਕਰ ਰਹੇ ਹਾਂ ਕਿ ਉਹ ਕਿੰਨੇ ਮੀਟਰ ਆ। ਦੈਟ ਇਜ਼ ਕਾਲਡ ਡਾਇਰੈਕਟ measurement method. In this method, unknown quantity, also called measurand, is directly compared against a standard. Example length measurement. Standard ਕੀ ਹੋ ਗਿਆ? Scale ਹੋ ਗਿਆ, ठीक है। And measurand quantity ਕੀ होगी? ਜਿਹੜੀ ਚੀਜ਼ ਦੀ ਆਪਾਂ ਨੇ length measure ਕਰਨੀ ਆ। This is called direct measurement method. But ਉਹ direct measurement method ਦੇ ਕੁਝ drawbacks ਹੁੰਦੇ ਨੇ। ਇਹਦੇ ਵਿੱਚ manual factors involved ਹੁੰਦੇ ਨੇ। ਕੋਈ ਹਿਊਮਨ ਜਾਂ ਕਹਿ ਲਓ ਕੋਈ ਵੀ ਮੈਨਕਾइंड ਜਾਊਗੀ, ਮਤਲਬ ਕੰਪੇਅਰ ਕਰੂਗੀ, ਉਹ ਵਾਲਾ ਕੰਪੈਰੀਜ਼ਨ ਪ੍ਰੋਸੈਸ ਕੰਪਲੀਟ ਕਰੂਗੀ, ਤਾਂ ਐਰਰਸ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। ਤਾਂ ਉਹ ਵਾਲੇ ਐਰਰ ਦੇ ਚਾਂਸਿਸ ਆਪਾਂ ਇੰਜੀਨੀਅਰਿੰਗ ਦੇ ਵਿੱਚ ਨਹੀਂ ਲੈ ਸਕਦੇ। ਤਾਂ ਇੰਜੀਨੀਅਰਿੰਗ ਦੇ ਵਿੱਚ ਅਨਦਰ ਟਾਈਪ ਆਫ ਮੈਥਡ ਯੂਜ਼ ਕੀਤਾ ਜਾਂਦਾ, ਦੈਟ ਇਜ਼ ਕਾਲਡ ਇਨਡਾਇਰੈਕਟ ਮੈਥਡ। ਇਨਡਾਇਰੈਕਟ ਮੈਥਡ ਦੇ ਵਿੱਚ ਕੀ ਹੁੰਦਾ? ਇੱਕ ਟਰਾਂਸਡਿਊਸਰ ਟਾਈਪ ਦਾ ਐਲੀਮੈਂਟ ਹੁੰਦਾ, ਜਿਹਦੇ ਨਾਲ ਡਾਇਰੈਕਟਲੀ ਕੀ ਕਰਦੇ ਆ ਆਪਾਂ, ਜਿਹੜੀ ਚੀਜ਼ ਮੈਜ਼ਰ ਕਰਨੀ ਆ ਉਹਨੂੰ ਕਨਵਰਟ ਕਰ ਲੈਣਾ ਇੱਕ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਜਾਂ ਇਲੈਕਟ੍ਰੋਨਿਕ ਸਿਗਨਲ ਦੇ ਵਿੱਚ। ਉਹ ਇਲੈਕਟ੍ਰੋਨਿਕ ਸਿਗਨਲ ਨੂੰ ਫਿਰ ਆਪਾਂ ਮੈਜ਼ਰ ਕਰਦੇ ਹਾਂ ਬਾਈ ਯੂਜ਼ਿੰਗ ਅਨਦਰ ਟਰਾਂਸਡਿਊਸਰ ਔਰ ਐਨੀ ਅਦਰ ਇੰਸਟਰੂਮੈਂਟ ਵਿਚ ਇਜ਼ ਏਬਲ ਟੂ ਮੈਜ਼ਰ ਦੈਟ ਕਰੰਟ ਔਰ ਵੋਲਟੇਜ, ਜਾਂ ਕਹਿ ਲਓ ਕੋਈ ਵੀ ਇਲੈਕਟ੍ਰੀਕਲ ਸਿਗਨਲ। In the engineering application, measurement systems are used. These measurement systems use indirect methods for measurement purpose. A measurement system consists of a transducing element which converts the quantity to be measured in an analogous form, and analogous signal is then processed by some intermediate means and is then fed to end device which present the result of instrument. Indirect measurement method ਦੀ example ਲੈ ਲਓ। ਇੰਟਰੈਕਟ ਮੈਜਰਮੈਂਟ ਮੈਥਡ ਦੇ ਵਿੱਚ ਕੀ ਲਵਾਂਗੇ ਆਪਾਂ? ਪ੍ਰੈਸ਼ਰ ਮੈਜਰਮੈਂਟ ਦੀ ਐਗਜ਼ਾਮਪਲ ਲੈ ਲੈਂਦੇ ਹਾਂ। ਪ੍ਰੈਸ਼ਰ ਡਾਇਰੈਕਟਲੀ ਮੈਜਰ ਨਹੀਂ ਕਰ ਸਕਦੇ ਆਪਾਂ। ਪ੍ਰੈਸ਼ਰ ਨੂੰ ਪਹਿਲਾਂ ਕੋਈ ਵੀ ਪ੍ਰਾਇਮਰੀ ਟਰਾਂਸਡਿਊਸਰ ਯੂਜ਼ ਕਰਕੇ ਇੱਕ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕਰ ਲਾਂਗੇ। ਫਿਰ ਉਹ ਇਲੈਕਟ੍ਰੀਕਲ ਸਿਗਨਲ ਨੂੰ ਕੀ ਕਰਾਂਗੇ? ਇੱਕ ਇਲੈਕਟ੍ਰੀਕਲ ਮੈਜਰਿੰਗ ਇੰਸਟਰੂਮੈਂਟ ਦੇ ਨਾਲ ਮੈਜਰ ਕਰ ਲਾਂਗੇ। ਇਲੈਕਟ੍ਰੀਕਲ ਸਿਗਨਲ ਕੀ ਹੋਊਗਾ? ਕਰੰਟ ਜਾਂ ਵੋਲਟੇਜ ਹੋਊਗੀ, ਜਾਂ ਕਹਿ ਲਓ ਪ੍ਰੈਸ਼ਰ ਨੂੰ ਆਪਾਂ ਨੇ ਕਰੰਟ ਜਾਂ ਵੋਲਟੇਜ ਦੇ ਵਿੱਚ ਕਨਵਰਟ ਕਰ ਲਿਆ। ਉਹ ਕਰੰਟ ਜਾਂ ਵੋਲਟੇਜ ਨੂੰ ਮੈਜਰ ਕਰ ਲਾਂਗੇ ਆਪਾਂ ਕੋਈ ਵੀ ਕਰੰਟ ਜਾਂ ਵੋਲਟੇਜ ਮੈਜਰਿੰਗ ਇੰਸਟਰੂਮੈਂਟ ਦੇ ਨਾਲ, ਅਤੇ ਆਪਣੇ ਕੋਲ ਆਊਟਪੁੱਟ ਆ ਜਾਊਗਾ। ਜੋ ਆਊਟਪੁੱਟ ਦੇ ਉੱਪਰ ਕਰੰਟ ਜਾਂ ਵੋਲਟੇਜ ਆਊਗੀ ਉਹ ਕਾਹਦੇ ਪ੍ਰਪੋਰਸ਼ਨਲ ਹੋਊਗੀ? ਜਿੰਨਾ ਆਪਾਂ ਇੱਕ ਡਿਵਾਈਸ ਦੇ ਉੱਪਰ ਪ੍ਰੈਸ਼ਰ ਲਗਾਵਾਂਗੇ। ਇਹ ਕੀ ਹੋ ਗਿਆ? ਇਨਡਾਇਰੈਕਟ ਮੈਜਰਮੈਂਟ ਮੈਥਡ ਹੋ ਗਿਆ। ਨੈਕਸਟ ਇਜ਼ ਕਲਾਸੀਫਿਕੇਸ਼ਨ ਆਫ ਇੰਸਟਰੂਮੈਂਟ।
ਕਲਾਸੀਫਿਕੇਸ਼ਨ ਆਫ ਇੰਸਟਰੂਮੈਂਟ, ਦੋ ਟਾਈਪ ਦੇ ਇੰਸਟਰੂਮੈਂਟਸ ਹੁੰਦੇ ਨੇ, ਐਬਸੋਲਿਊਟ ਇੰਸਟਰੂਮੈਂਟ ਤੇ ਸੈਕੰਡਰੀ ਇੰਸਟਰੂਮੈਂਟਸ। ਐਬਸੋਲਿਊਟ ਤੇ ਸੈਕੰਡਰੀ, these instruments gives the magnitude of quantity under measurement in terms of physical constants of the instrument. The example of this class of measurement are tangent galvanometer and Rayleigh's current balance instrument. ਇਹ ਇੰਸਟਰੂਮੈਂਟ ਕੀ ਕਰਨਗੇ, ਜਿਹੜੀ ਚੀਜ਼ ਆਪਾਂ ਨੇ ਮੇਜਰ ਕਰਨੀ ਆ ਉਹਨੂੰ ਆਪਣੇ ਕੌਨਸਟੈਂਟ ਦੇ ਫਾਰਮ ਦੇ ਵਿੱਚ ਦਊਗੀ, ਮਤਲਬ ਆਪਣੇ ਜਿਹੜੇ ਕੌਨਸਟੈਂਟਸ ਹੋਣਗੇ ਉਹਦੇ ਫਾਰਮ ਦੇ ਵਿੱਚ ਪ੍ਰੈਜ਼ੈਂਟ ਕਰ ਦੇਣਗੇ। Secondary instruments, these instruments are so constructed that quantity being measured can be measured by observing the output indicated by the instrument. These instruments are calibrated by comparisons with absolute instruments or another secondary instruments which has already been calibrated against an absolute instrument. Absolute instruments ਦੀ accuracy ਬਹੁਤ ਜ਼ਿਆਦਾ ਹੁੰਦੀ ਆ, but ਇਹ ਵਾਲੇ ਇੰਸਟਰੂਮੈਂਟਸ ਨੂੰ ਸਿਰਫ ਆਪਾਂ ਲੈਬੋਰਟਰੀ ਦੇ ਵਿੱਚ ਹੀ ਯੂਜ਼ ਕਰ ਸਕਦੇ ਹਾਂ। ਇਹਨੇ ਕੀ ਕਰਨਾ, ਇੰਸਟਰੂਮੈਂਟ ਨੇ ਆਪਣੇ ਕੌਨਸਟੈਂਟ ਦੀ ਫਾਰਮਸ ਦੇ ਵਿੱਚ ਆਊਟਪੁੱਟ ਦੇਣੀ ਆ, ਬਟ ਇਹ ਵਾਲੇ ਇੰਸਟਰੂਮੈਂਟਸ ਨੂੰ ਆਪਾਂ ਫੀਲਡ ਏਰੀਆ 'ਚ ਨਹੀਂ ਯੂਜ਼ ਕਰ ਸਕਦੇ। ਇੰਜੀਨੀਅਰਿੰਗ ਜਿੱਥੇ ਕੰਮ ਚੱਲ ਰਿਹਾ ਉਹ ਜਗ੍ਹਾ 'ਤੇ ਯੂਜ਼ ਨਹੀਂ ਕਰ ਸਕਦੇ, ਸਿਰਫ ਐਕਸਪੈਰੀਮੈਂਟਸ ਵਾਸਤੇ ਯੂਜ਼ ਕਰ ਸਕਦੇ ਹਾਂ। ਤਾਂ ਜਿੱਥੇ ਮਤਲਬ ਇਨ ਫੀਲਡ ਜਿੱਥੇ ਯੂਜ਼ ਕਰਨਾ ਉੱਥੇ ਆਪਾਂ ਸੈਕੰਡਰੀ ਇੰਸਟਰੂਮੈਂਟਸ ਯੂਜ਼ ਕਰਦੇ ਹਾਂ। ਜਿਹੜੇ ਸੈਕੰਡਰੀ ਇੰਸਟਰੂਮੈਂਟਸ ਡਾਇਰੈਕਟਲੀ ਇੰਡੀਕੇਟਿੰਗ ਟਾਈਪ ਹੁੰਦੇ ਨੇ, ਕਿ ਇੰਡੀਕੇਟ ਕਰ ਦਿੰਦੇ ਨੇ ਕਿ ਇੰਨੇ ਵੋਲਟ ਆ, ਇੰਨੇ ਐਂਪੀਅਰ ਆ, ਕਰੰਟ ਦੀ ਵੈਲਿਊ ਜਾਂ ਕੁਛ ਵੀ ਕਹਿ ਲਓ, ਸਿੱਧੀ ਆਪਣੇ ਕੋਲ ਆਊਟਪੁੱਟ ਇੰਡੀਕੇਟ ਹੋ ਕੇ ਆ ਜਾਂਦੀ ਆ। ਪਰ ਇਹਨਾਂ ਦੀ ਐਕੂਰੇਸੀ ਘੱਟ ਹੁੰਦੀ ਹੈਗੀ ਐਬਸੋਲਿਊਟ ਨਾਲੋਂ, ਅਤੇ ਇਹਨਾਂ ਦੀ ਜਿਹੜੀ ਡਿਜ਼ਾਈਨਿੰਗ ਆ ਸੈਕੰਡਰੀ ਇੰਸਟਰੂਮੈਂਟਸ ਦੀ ਐਬਸੋਲਿਊਟ ਇੰਸਟਰੂਮੈਂਟਸ ਨੂੰ ਮੋਨੀਟਰ ਕਰਕੇ ਹੀ ਬਣਾਈ ਜਾਂਦੀ ਆ। ਨੈਕਸਟ ਇਜ਼ ਐਰਰ ਇਨ ਮੇਜਰਮੈਂਟ। ਮੇਜਰਮੈਂਟ ਦੇ ਵਿੱਚ ਐਰਰ, ਹੁਣ ਜਦੋਂ ਆਪਾਂ ਕੋਈ ਚੀਜ਼ ਮੇਜਰ ਕਰ ਰਹੇ ਹਾਂ, ਮੇਜਰ ਮਤਲਬ ਮਾਪਣਾ ਜਿਹਨੂੰ ਬੋਲਦੇ ਆਪਾਂ, ਕੋਈ ਚੀਜ਼ ਮਾਪੀ ਆ ਉਹਦੇ ਵਿੱਚ ਕੁਛ ਐਰਰਸ ਵੀ ਆ ਸਕਦੇ ਨੇ, ਉਹ ਕਿੱਦਾਂ ਕੈਲਕੂਲੇਟ ਕਰਾਂਗੇ ਆਪਾਂ। ਇਟ ਇਜ਼ ਦਾ ਡਿਫਰੈਂਸ ਬਿਟਵੀਨ ਮੈਜਰਡ ਵੈਲਿਊ ਐਂਡ ਟਰੂ ਵੈਲਿਊ। ਟਰੂ ਵੈਲਿਊ ਜੋ ਐਕਚੁਅਲ ਵੈਲਿਊ ਹੋਏਗੀ, ਮੈਜਰਡ ਵੈਲਿਊ ਜਿਹੜੀ ਆਪਾਂ ਸਕੇਲ ਜਾਂ ਕਿਸੇ ਮੈਜਰਿੰਗ ਇੰਸਟਰੂਮੈਂਟ ਦੇ ਨਾਲ ਮੇਜਰ ਕਰਕੇ ਦੇਖੀ ਉਹ ਵਾਲੀ ਵੈਲਿਊ, ਉਹਨਾਂ ਦੋਨਾਂ ਦੇ ਡਿਫਰੈਂਸ ਹੋਊਗਾ ਜੋ, ਉਹ ਕੀ ਹੈਗਾ, ਐਰਰ। ਠੀਕ ਹੈ, ਪਰਸੈਂਟੇਜ ਐਰਰ ਵਾਸਤੇ ਆਪਾਂ ਐਰਰ ਨੂੰ ਟਰੂ ਵੈਲਿਊ ਨਾਲ ਡਿਵਾਈਡ ਕਰ ਦਾਂਗੇ ਅਤੇ ਮਲਟੀਪਲਾਈ ਬਾਈ 100, ਦੈਟ ਵਿਲ ਬੀ ਆਰ ਪਰਸੈਂਟੇਜ ਐਰਰ। Accuracy of an instrument is measured in terms of relative error or percentage error. Types of errors in instrument. Types of errors ਕਿਹੜੀਆਂ ਹੁੰਦੀਆਂ ਨੇ, ਐਰਰ ਕਿਉਂ ਆਉਂਦਾ, ਉਹਦੇ ਬੇਸਿਸ 'ਤੇ ਤਿੰਨ ਤਰ੍ਹਾਂ ਦੇ ਐਰਰਸ ਆਉਂਦੇ ਨੇ। ਫਸਟ ਇਜ਼ ਗ੍ਰੋਸ ਐਰਰ, ਸੈਕਿੰਡ ਇਜ਼ ਸਿਸਟਮੈਟਿਕ ਐਰਰ, ਥਰਡ ਇਜ਼ ਰੈਂਡਮ ਐਰਰਸ। ਗ੍ਰੋਸ ਐਰਰਸ ਹਿਊਮਨਸ ਕਰਕੇ ਹੁੰਦੇ ਨੇ। ਗ੍ਰੋਸ ਐਰਰ ਆਰ ਡਿਊ ਟੂ ਹਿਊਮਨ ਮਿਸਟੇਕਸ, manual reading, poor selection of instrument or less experience। ਗ੍ਰੋਸ ਐਰਰ ਕਾਹਦੇ ਕਰਕੇ ਹੋ ਗਿਆ, ਪਹਿਲੀ ਗੱਲ ਤਾਂ ਹਿਊਮਨ ਮਿਸਟੇਕਸ ਕਰਕੇ ਹੋ ਗਿਆ। ਜਿੱਦਾਂ ਆਪਾਂ ਰੀਡਿੰਗ ਲੈਂਦੇ ਹਾਂ ਵੋਲਟਮੀਟਰ ਦੇ ਉੱਪਰ ਜਦੋਂ ਆਪਾਂ ਰੀਡਿੰਗ ਲੈਂਦੇ ਹਾਂ ਤਾਂ ਰੀਡਿੰਗ ਲੈਣ ਵੇਲੇ ਕੁਛ ਆਈਜ਼ ਦੀ ਪ੍ਰੋਬਲਮ ਹੋ ਗਈ, ਜਾਂ ਆਪਾਂ ਆਪਣਾ ਰੀਡਿੰਗ ਲੈਣ ਦਾ ਐਂਗਲ ਆ, ਦੇਖਣ ਦਾ ਐਂਗਲ ਆ, ਉਹ ਗਲਤ ਹੋ ਗਿਆ, ਤਾਂ ਆਪਾਂ ਰੀਡਿੰਗ ਗਲਤ ਰੀਡ ਕਰ ਲਾਂਗੇ ਅਤੇ ਉਹੀ ਵਾਲੀ ਰੀਡਿੰਗ ਲਿਖ ਦਾਂਗੇ, ਤਾਂ ਬਟ ਉਹਦੇ ਕਰਕੇ ਉਹ ਟਰੂ ਵੈਲਿਊ ਤੋਂ ਡੈਵੀਏਟ ਹੋਊਗਾ, ਉਹ ਵਾਲੇ ਐਰਰ ਨੂੰ ਕੀ ਕਹਾਂਗੇ, ਗ੍ਰੋਸ ਐਰਰ। ਜਾਂ ਆਪਾਂ ਨੂੰ ਪਤਾ ਨਹੀਂ ਸੀ, ਆਪਾਂ ਨੇ ਗਲਤ ਰੇਂਜ ਦਾ ਇੰਸਟਰੂਮੈਂਟ ਯੂਜ਼ ਕਰ ਲਿਆ, ਕਿ ਵੋਲਟਮੀਟਰ ਆਪਾਂ ਨੇ 5 ਵੋਲਟ ਤੱਕ ਦੀ ਯੂਜ਼ ਕਰਨਾ ਸੀ, ਬਟ ਮੇਜਰਮੈਂਟ ਆਪਾਂ ਨੇ ਕਰਨੀ ਆ ਮਾਈਕਰੋ ਵੋਲਟਸ ਦੇ ਵਿੱਚ, ਛੋਟੇ ਵੋਲਟਸ ਦੀ ਮੇਜਰਮੈਂਟ ਕਰਨੀ ਹੈਗੀ, ਤਾਂ ਇਹ ਪੂਅਰ ਸਿਲੈਕਸ਼ਨ ਹੋ ਗਈ ਇੰਸਟਰੂਮੈਂਟ ਦੀ, ਕਿ ਯੂਜ਼ਰ ਨੂੰ ਪਤਾ ਨਹੀਂ ਸੀ, ਉਹਨੇ ਪੂਅਰ ਸਿਲੈਕਸ਼ਨ ਕਰ ਲਈ ਇੰਸਟਰੂਮੈਂਟ ਦੀ। ਜਾਂ ਯੂਜ਼ਰ ਨੂੰ ਐਕਸਪੀਰੀਅੰਸ ਨਹੀਂ ਸੀ ਕੋਈ ਇੰਸਟਰੂਮੈਂਟ ਯੂਜ਼ ਕਰਨ ਦਾ। ਕਈ ਵਾਰੀ ਕੀ ਹੁੰਦਾ, ਕਈ ਇੰਸਟਰੂਮੈਂਟਸ ਕੰਪਲੀਕੇਟਡ ਹੁੰਦੇ ਨੇਗੇ, ਉਹਨਾਂ ਨੂੰ ਯੂਜ਼ ਕਰਨ ਵਾਸਤੇ ਕੁਛ ਐਕਸਪੀਰੀਅੰਸ ਚਾਹੀਦਾ। ਜਿਵੇਂ ਕਿ ਤੁਸੀਂ CRO ਯੂਜ਼ ਕਰਦੇ ਹੋ ਲੈਬ ਦੇ ਵਿੱਚ, ਤਾਂ ਲੈਬ ਦੇ ਵਿੱਚ ਜਦੋਂ CRO ਯੂਜ਼ ਕਰਨਾ, CRO ਬੇਸਿਕਲੀ ਹੈ ਕਿ ਮੇਜਰਿੰਗ ਇੰਸਟਰੂਮੈਂਟ ਆ, ਬਟ ਉਹਨੂੰ ਮੇਜਰਮੈਂਟ ਉਹਦੇ ਵਾਸਤੇ ਪਹਿਲਾਂ ਆਪਾਂ ਕਾਫੀ ਐਕਸਪੈਰੀਮੈਂਟਸ ਪਰਫੋਰਮ ਕਰਦੇ ਹਾਂ, ਜਿਹਦੇ ਵਿੱਚ ਜਸਟ ਤੁਹਾਨੂੰ ਸਿਖਾਇਆ ਜਾਂਦਾ ਕਿ CRO ਕਿੱਦਾਂ ਪੜ੍ਹਨਾ। ਠੀਕ ਹੈ, ਤਾਂ ਤੁਹਾਨੂੰ ਕੁਛ ਐਕਸਪੀਰੀਅੰਸ ਹੋ ਜਾਂਦਾ, ਬਟ ਜੋ ਐਕਸਪੀਰੀਅੰਸ ਨਹੀਂ ਹੋਊਗਾ ਤਾਂ ਤੁਸੀਂ CRO ਨੂੰ ਐਜ਼ ਐਨ ਇੰਸਟਰੂਮੈਂਟ ਯੂਜ਼ ਨਹੀਂ ਕਰ ਸਕਦੇ। ਸੈਕਿੰਡ ਇਜ਼ ਸਿਸਟਮੈਟਿਕ ਐਰਰ। ਸਿਸਟਮੈਟਿਕ ਐਰਰ ਨਾਮ ਤੋਂ ਹੀ ਕਲੀਅਰ ਆ, ਸਿਸਟਮੈਟਿਕ ਜੋ ਮਤਲਬ ਇੰਸਟਰੂਮੈਂਟ ਰਿਲੇਟਡ ਐਰਰਸ ਹੋਣਗੇ। ਇਹ ਵੀ ਅੱਗੇ ਦੋ ਤਰ੍ਹਾਂ ਦੇ ਹੁੰਦੇ ਨੇ, ਇੰਸਟਰੂਮੈਂਟਲ ਐਰਰ ਅਤੇ ਇਨਵਾਇਰਮੈਂਟਲ ਐਰਰ। ਇੰਸਟਰੂਮੈਂਟਲ ਐਰਰਸ ਤਾਂ ਹੋ ਜਾਣਗੇ ਆਪਾਂ ਨੇ ਜਦੋਂ ਇੰਸਟਰੂਮੈਂਟ ਡਿਜ਼ਾਈਨ ਕੀਤਾ, ਉਹਦੇ ਕੁਛ ਮਟੀਰੀਅਲ ਸਿਲੈਕਸ਼ਨ ਵੇਲੇ
कोई आपां सब स्टैंडर्ड या कह लो बुरा बैड मटीरियल सिलैक्ट कर लिया, इंस्ट्रूमेंट की डिजाइनिंग के टाइम जो मटीरियल सिलैक्ट किया वो सब स्टैंडर्ड का सी, या कह लो अच्छा मटीरियल नहीं यूज़ किया तां भी अपना इंस्ट्रूमेंट दे विच कुछ प्रॉब्लम्स आउणगियां। सैकेंड हो गया इन्वायरमेंटल एरर। इन्वायरमेंटल एरर जो हीट अप होंदा इंस्ट्रूमेंट आप यूज़ करते हैं वो कुछ इंटरनल अपनी थर्मल नॉइस प्रोड्यूस हो जाती है, वो थर्मल नॉइस करके भी रीडिंग दे विच कुछ प्रॉब्लम्स आउंदियां ने। ठीक है, ये भी सिस्टमैटिक वो भी की करदियां ने, एक सिस्टमैटिक एरर का कारण बनदियां ने। बाकी जोड़े इस तो बिना जो भी एरर्स आते हैं स्टैटिक एरर कह लो डायनामिक एरर जिन्ने भी एरर्स आते हैं जिन्होंने आप डिटैक्ट नहीं कर सकते वो सारे काहदे च आ गए रैंडम एरर्स दे विच। जोड़ा इंस्ट्रूमेंट के उपर टॉलरेंस पा के लिखिया होंदा, मतलब जो उपर वाले दो एरर्स ने ग्रॉस एरर ते सिस्टमैटिक एरर्स, ये दोनों की होंदे ने सिस्टम इंस्ट्रूमेंट के बॉक्स के उपर डिस्क्राइब किए होंदे ने, स्पैसीफाइड होंदे ने कि इन्ना एरर आना पॉसीबल है। ठीक है, बट जो रिमेनिंग एरर्स ने बाकी के रैंडम एरर्स ने वो डिस्क्राइब नहीं होंगे है यूजर वालों, क्योंकि दे आर अनसर्टेन। नेक्स्ट वी विल डिस्कस द परफॉर्मेंस कैरेक्टरिस्टिक्स ऑफ इंस्ट्रूमेंट्स। परफॉर्मेंस कैरेक्टरिस्टिक्स ऑफ इंस्ट्रूमेंट, जो इंस्ट्रूमेंट आप यूज़ करना वो कुछ परफॉर्मेंस करैक्टरिस्टिक्स होंगे। करैक्टरिस्टिक्स किसी चीज़ के की होंगे ने कि आप डिस्क्राइब करते हैं कि जो आप डिवाइस यूज़ कर रहे हैं वो गुड क्वालिटी या बैड क्वालिटी डिस्क्राइब करने वास्ते आप कुछ करैक्टरिस्टिक्स स्टडी करते हैं। जिद्दां आप कोई इंस्ट्रूमेंट पढ़ना वो बारे वो एक्यूरेसी किन्नी आ, घट आ या वध आ, वो एरर किन्ना ज़्यादा या जिद्दां भी आ, वो सारे की हो गए एक्यूरेसी होगी, रेजोल्यूशन होगी, ਇੱਦਾਂ ਦੇ कुछ पैरामीटर सैट किए हैं जिन्होंने डिटैक्ट करके आपां परफॉर्मेंस बारे पता लगता है इंस्ट्रूमेंट के बारे, उन्होंने की कहने आपां परफॉर्मेंस करैक्टरिस्टिक्स ऑफ इंस्ट्रूमेंट्स। मतलब बेसिकली इंस्ट्रूमेंट की परफॉर्मेंस नू मॉनीटर करने वास्ते कुछ करैक्टरिस्टिक्स सैट किए होंगे ने, वो वाले करैक्टर्स नू आपां करैक्टरिस्टिक्स नू हुण पढ़ांगे। वो भी अगे फरदर दो टाइप्स होंगे ने, स्टैटिक ते डायनामिक। फिजिकल करैक्टरिस्टिक्स या कह लो परफॉर्मेंस करैक्टरिस्टिक्स इंस्ट्रूमेंट के दो टाइप्स होंगे ने, स्टैटिक ते डायनामिक। स्टैटिक जो कॉन्सटेंट रहते हैं, डायनामिक जो फिजिकली वेरीएबल ने। स्टैटिक करैक्टरिस्टिक्स, फर्स्ट मेन स्टैटिक करैक्टरिस्टिक्स की आ एक्यूरेसी। आप पिछे भी पढ़ चुके हैं कि एक्यूरेसी कितों डिटैक्ट होंदी आ इंस्ट्रूमेंट के परसेंटेज एरर तो या रैलेटिव एरर तो। बट हुण एक्यूरेसी है की, एक्यूरेसी आपां नूं सबनों पता, एक्यूरेसी मतलब कुछ चीज़ एक्यूरेट होना। एक्यूरेसी इट इंडिकेट्स द क्लोजनेस ऑफ मेजर्ड वैल्यू, इट इंडिकेट्स द क्लोजनेस ऑफ मेजर्ड वैल्यू विद द एक्चुअल और ट्रू वैल्यू एंड इज एक्सप्रेस्ड इन द फॉर्म ऑफ रिलेटिव एरर। एक्यूरेसी मतलब कितना एरर घट आ, या कह लो मैजर्ड वैल्यू कितनी क्लोज आ ट्रू वैल्यू दे। देखो इधर आप पहला एरर पढ़िया सी, एरर की सी मैजर्ड वैल्यू माइनस ट्रू वैल्यू, जिन्ना ये डिफरेंस घट होगा उन्नी एक्यूरेसी ज़्यादा होएगी। ठीक है, या कह लो मैजर्ड हाउ मच मैजर्ड वैल्यू इज़ क्लोज टू ट्रू वैल्यू, या जिन्ना ये वाला डिफरेंस घट होएगा उन्नी वो एक्यूरेसी की होगी घट होएगी, ज़्यादा होएगी सॉरी, जिन्ना एरर घट उन्नी एक्यूरेसी ज़्यादा। नेक्स्ट इज प्रिसीजन, इट इंडिकेट्स द रिपीटेबिलिटी ऑफ द इंस्ट्रूमेंट। प्रिसीजन मीनस रिपीटिशन ऑफ सक्सैसिव रीडिंग्स। प्रिसीजन ते एक्यूरेसी दे विच डिफरेंस समझो। एक्यूरेसी इज़ द क्लोजनेस टू द ट्रू वैल्यू। प्रिसीजन रिपीटडली आपां सेम चीज़ नूं बार बार मैजर करिए अलग अलग टाइम इंटरवल्स से। फॉर एग्जाम्पल आपां किसी डिवाइस का टैंपरेचर नोट करना, टैंपरेचर नहीं कह सकते, आप कहांगे कि किसी डिवाइस का आपां वॉल्यूम नोट करना। एक बॉक्स के विच पानी, एक कह लो बोल दे विच पानी पिया, उन्होंने आपां मेजर किया सुबह मेजर ढक्या होया पानी आ, आइसोलेटेड आ, होर कुछ नहीं, किसी ने मतलब वाष्पीकरण वगैरह उदा दी कुछ भी नहीं कोई क्राइटेरिया यूज़ करना। बेसिकली एक बाउल दे विच पानी पिया, उन्होंने मेजर किया आपां ने किसी इंस्ट्रूमेंट नूं यूज़ करके, सुबह मेजर किया तां भी ओह उन्ना ही होवे, शामी मेजर किया तां भी उन्ना होवे,
ਮਤਲਬ ਉਹਨੂੰ ਭਾਵੇਂ ਪਾਣੀ ਨੂੰ ਆਪਾਂ 10 ਵਾਰ ਮੇਜਰ ਕਰ ਲਈਏ, ਉਹ ਇੰਸਟਰੂਮੈਂਟ ਸੇਮ ਹੀ ਦਿਖਾਵੇ ਕਿ ਓਨਾ ਹੀ ਪਾਣੀ ਆ ਉਹਦੇ ਵਿੱਚ, ਜਾਂ ਕਹਿ ਦਿਓ ਓਨਾ ਹੀ ਵੋਲਿਊਮ ਆ, ਠੀਕ ਹੈ। ਰਿਪੀਟਡਲੀ ਸੇਮ ਆਊਟਪੁੱਟ ਦੇਵੇ ਇੰਸਟਰੂਮੈਂਟ, ਇਹ ਇੰਸਟਰੂਮੈਂਟ ਦੀ ਕੀ ਹੁੰਦੀ ਆ, ਪ੍ਰੋਪਰਟੀ ਹੁੰਦੀ ਆ, ਦੈਟ ਇਜ਼ ਕਾਲਡ ਪ੍ਰੀਸੀਜ਼ਨ। ਬਾਰ-ਬਾਰ ਚੀਜ਼ ਨੂੰ ਮੇਜਰ ਕਰਨ 'ਤੇ ਸੇਮ ਰਿਜ਼ਲਟ ਦੇਣ ਦੀ ਕੈਪੇਬਿਲਿਟੀ ਨੂੰ ਕਹਿੰਦੇ ਆਪਾਂ ਪ੍ਰੀਸੀਜ਼ਨ। ਥਰਡ ਇਜ਼ ਰੇਂਜ। ਰੇਂਜ, it defines the maximum and minimum values of inputs and outputs for which instrument is recommended to use। ਜਦੋਂ ਆਪਾਂ ਇੰਸਟਰੂਮੈਂਟ ਸਿਲੈਕਟ ਕਰਦੇ ਹਾਂ ਜਾਂ ਇੰਸਟਰੂਮੈਂਟ ਦੇਖਦੇ ਹਾਂ ਆਪਾਂ ਕਿ ਕਿਹੜਾ ਯੂਜ਼ ਕਰਨਾ, ਤਾਂ ਉਹਦੇ ਉੱਪਰ ਲਿਖਿਆ ਹੁੰਦਾ, ਫੋਰ ਐਗਜ਼ਾਮਪਲ ਵੋਲਟਮੀਟਰ ਯੂਜ਼ ਕਰਦੇ ਹਾਂ, ਉਹਦੇ ਉੱਪਰ ਲਿਖਿਆ ਹੁੰਦਾ ਕਿ ਇਹ 0 to 5 ਵੋਲਟ ਵਾਸਤੇ ਯੂਜ਼ ਕਰ ਸਕਦੇ ਹਾਂ, ਉਸ ਤੋਂ ਉੱਪਰ ਨਹੀਂ ਕਰ ਸਕਦੇ। ਐਵੇਂ ਕੋਈ ਵੀ ਇੰਸਟਰੂਮੈਂਟ ਆ, ਕੋਈ ਵੀ ਟੈਂਪਰੇਚਰ ਮੈਜਰਿੰਗ ਡਿਵਾਈਸ ਆ, ਥਰਮੋਮੀਟਰ ਆ, ਉਹਦੇ ਉੱਪਰ ਵੀ ਲਿਖਿਆ ਹੁੰਦਾ ਕਿ ਇਹ ਇੰਨੇ ਤੋਂ ਲੈ ਕੇ ਇੰਨੇ ਡਿਗਰੀ ਸੈਂਟੀਗ੍ਰੇਡ ਤੱਕ ਹੀ ਮੈਜਰ ਕਰ ਸਕਦਾ, ਤਾਂ ਉਹ ਕੀ ਹੋਗੀ, ਰੇਂਜ ਹੋ ਗਈ ਉਹ ਵਾਲੇ ਇੰਸਟਰੂਮੈਂਟ ਦੀ, ਠੀਕ ਹੈ। ਉਹ ਰੇਂਜ ਤੋਂ ਬਾਹਰ, ਉਹ ਰੇਂਜ ਤੋਂ ਨਾ ਘੱਟ ਨਾ ਉਸ ਰੇਂਜ ਤੋਂ ਉੱਪਰ ਉਹ ਵਾਲਾ ਇੰਸਟਰੂਮੈਂਟ ਯੂਜ਼ ਨਹੀਂ ਕਰ ਸਕਦੇ। ਥਰਡ ਇਜ਼ ਸੈਂਸਿਟੀਵਿਟੀ। ਇਟ ਕੈਨ ਬੀ ਡਿਫਾਈਨਡ ਐਜ਼ ਦਾ ਰੇਸ਼ੋ ਆਫ ਚੇਂਜ ਇਨ ਆਊਟਪੁੱਟ ਟੂ ਦਾ ਚੇਂਜ ਇਨ ਇਨਪੁੱਟ। Sensitivity is basically change in output with respect to change in input. How effectively any change in input is detectable at the output. This is basically sensitivity of instrument. Fifth is resolution. Resolution, minimum change in input which is detectable at the output. Example, ਸਕਰੀਨ ਦੀ ਰੈਜ਼ੋਲੂਸ਼ਨ ਆਪਾਂ ਪਿਕਸਲ ਦੇ ਵਿੱਚ ਦਿੰਦੇ ਹਾਂ, ਜਿੰਨੇ ਪਿਕਸਲ ਜ਼ਿਆਦਾ ਹੋਣਗੇ ਇੱਕ ਪਰ ਯੂਨਿਟ ਏਰੀਆ ਦੇ ਵਿੱਚ, ਉਨੀ ਉਹਦੀ ਰੈਜ਼ੋਲੂਸ਼ਨ ਕੀ ਹੋਗੀ, ਜ਼ਿਆਦਾ ਹੋਗੀ, ਠੀਕ ਹੈ। ਐਵੇਂ ਕਿਸੇ ਇੰਸਟਰੂਮੈਂਟ ਦੀ ਰੈਜ਼ੋਲੂਸ਼ਨ ਕੀ ਹੋਊਗੀ, ਜਦੋਂ ਆਪਾਂ ਵੋਲਟਮੀਟਰ 0 to 5 ਵੋਲਟ ਵਾਲਾ ਯੂਜ਼ ਕਰ ਰਹੇ ਹਾਂ, ਤਾਂ ਰੈਜ਼ੋਲੂਸ਼ਨ ਕੀ ਹੋਊਗੀ, ਕੀ ਉਹ 1 ਮਾਈਕਰੋਵੋਲਟ ਨੂੰ ਡਿਟੈਕਟ ਕਰ ਪਾ ਰਿਹਾ, ਡਿਟੈਕਟ ਮਤਲਬ ਆਪਣੀ ਡਿਫਲੈਕਸ਼ਨ 'ਤੇ ਦਿਖਾ ਪਾ ਰਿਹਾ, ਜਾਂ ਕਹਿ ਲਓ ਉਹਦੀ ਡਿਫਲੈਕਸ਼ਨ ਦੇ ਉੱਪਰ ਡਿਟੈਕਟੇਬਲ ਹੈ, ਤਾਂ ਦੈਟ ਇਜ਼ ਕਾਲਡ ਰੈਜ਼ੋਲੂਸ਼ਨ ਆਫ ਦੈਟ ਇੰਸਟਰੂਮੈਂਟ। ਡੈਥ ਸਪੇਸ। ਡੈਥ ਸਪੇਸ ਮਤਲਬ ਡੈਥ ਸਪੇਸ ਜਾਂ ਨੂੰ ਡੈਥ ਰੇਂਜ ਵੀ ਕਹਿੰਦੇ ਨੇ। ਇਟ ਇਜ਼ ਡਿਫਾਈਨਡ ਐਜ਼ ਅ ਰੇਂਜ ਆਫ ਇਨਪੁਟਸ ਵੇਅਰ ਦੇਰ ਇਜ਼ ਨੋ ਡਿਟੈਕਟੇਬਲ ਆਊਟਪੁੱਟ ਐਟ ਦਾ ਇੰਸਟਰੂਮੈਂਟ, ਸੌਰੀ ਮਿਸਪਲੇਸ ਹੋ ਗਿਆ, ਐਟ ਦਾ ਇੰਸਟਰੂਮੈਂਟ ਹੈ ਇੱਥੇ। ਆ ਗ੍ਰਾਫ ਨੂੰ ਦੇਖੋ ਧਿਆਨ ਨਾਲ, ਨੀਚੇ ਕੀ ਆ, ਮੈਜਰਡ ਵੈਲਿਊ ਜਾਂ ਵੇਰੀਏਬਲ ਇਨਪੁੱਟ ਕਹਿ ਸਕਦੇ ਜਿਹਨੂੰ ਆਪਾਂ, ਆਹ ਇੰਸਟਰੂਮੈਂਟ ਦੀ ਰੀਡਿੰਗ ਆ ਰਹੀ ਆ ਵਾਲੀ ਐਕਸਿਸ 'ਤੇ। ਦੇਖੋ ਆਹ ਜੋ ਰੇਂਜ ਆ, ਇਹਦੇ ਵਿੱਚ ਆਪਾਂ ਇਨਪੁੱਟ ਨੂੰ ਤਾਂ ਵੇਰੀ ਕਰ ਰਹੇ ਹਾਂ ਬਟ ਕੋਈ ਆਊਟਪੁੱਟ ਨਹੀਂ ਆ ਰਹੀ, ਤਾਂ ਇਹ ਵਾਲੀ ਰੇਂਜ ਕੀ ਹੋਗੀ, ਡੈਥ ਸਪੇਸ ਹੋਗੀ, ਜਿਹਦੇ ਵਿੱਚ ਕੁਛ ਜਾਂ ਕਹਿ ਲਓ ਡੈਥ ਸਪੇਸ ਕੀ ਹੈ, ਰੇਂਜ ਆਫ ਇਨਪੁੱਟਸ ਆ ਜਿਹਦੇ ਕੋਰਸਪੋਂਡਿੰਗ ਇੰਸਟਰੂਮੈਂਟ ਕੋਈ ਵੀ ਆਊਟਪੁੱਟ ਪ੍ਰੈਜ਼ੈਂਟ ਨਹੀਂ ਕਰ ਰਿਹਾ, ਦੈਟ ਇਜ਼ ਕਾਲਡ ਡੈਥ ਸਪੇਸ ਜਾਂ ਡੈਥ ਰੇਂਜ ਆਫ ਦੈਟ ਇੰਸਟਰੂਮੈਂਟ। ਨੈਕਸਟ ਇਜ਼ ਥ੍ਰੈਸ਼ਹੋਲਡ। ਇਟ ਇਜ਼ ਵੈਰੀ ਇੰਪੋਰਟੈਂਟ, ਇਹ ਸਾਰੇ ਕਰੈਕਟਰਿਸਟਿਕਸ ਹੀ ਬਹੁਤ ਇੰਪੋਰਟੈਂਟ ਨੇ। ਇਟ ਇਜ਼ ਦਾ ਮਿਨੀਮਮ ਵੈਲਿਊ ਆਫ ਇਨਪੁੱਟ ਬਿਲੋ ਵਿਚ ਦੇਰ ਇਜ਼ ਨੋ ਆਊਟਪੁੱਟ। ਧਿਆਨ ਨਾਲ, ਇਟ ਇਜ਼ ਮਿਨੀਮਮ ਵੈਲਿਊ ਆਫ ਇਨਪੁੱਟ ਬਿਲੋ ਵਿਚ ਦੇਰ ਇਜ਼ ਨੋ ਆਊਟਪੁੱਟ। ਆਪਾਂ ਕਹਿ ਲਈਏ ਕਿਸੇ ਇੰਸਟਰੂਮੈਂਟ ਦੀ ਥ੍ਰੈਸ਼ਹੋਲਡ ਵੈਲਿਊ ਕੀ ਹੈਗੀ, 5 ਵੋਲਟ ਆ, 5 ਵੋਲਟ ਜ਼ਿਆਦਾ ਬੋਲਤਾ, 1 ਵੋਲਟ ਲੈ ਲਓ, ਤਾਂ ਇਹਦਾ ਮਤਲਬ ਕੀ ਆ, 1 ਵੋਲਟ ਤੋਂ ਨੀਚੇ ਉਹ ਇੰਸਟਰੂਮੈਂਟ ਡਿਟੈਕਟ ਹੀ ਨਹੀਂ ਕਰ ਸਕਦਾ, ਠੀਕ ਹੈ। ਕਿਸੇ ਇੰਸਟਰੂਮੈਂਟ ਦੀ ਆਪਾਂ ਕਹਿਤਾ ਥ੍ਰੈਸ਼ਹੋਲਡ ਵੈਲਿਊ ਕੀ ਆ, 1 ਵੋਲਟ ਆ, 1 ਵੋਲਟ ਤੋਂ ਨੀਚੇ ਜੇ ਆਪਾਂ ਉਹਨੂੰ ਵੋਲਟੇਜ ਦਿੰਦੇ ਹਾਂ ਤਾਂ ਉਹਨੇ ਇੰਸਟਰੂਮੈਂਟ ਨੇ ਸ਼ੋ ਹੀ ਨਹੀਂ ਕਰਨੀ, ਤਾਂ ਕਹਿ ਲਓ 1 ਵੋਲਟ ਕੀ ਆ, ਮਿਨੀਮਮ ਵੈਲਿਊ ਆਫ ਇਨਪੁੱਟ ਆ ਜਿਹੜੀ ਉਹਦੇ ਉੱਪਰ ਡਿਟੈਕਟ ਹੋਊਗੀ, ਉਹਦੇ ਤੋਂ ਨੀਚੇ ਕੋਈ ਵੀ ਇਨਪੁੱਟ ਡਿਟੈਕਟ ਨਹੀਂ ਹੋਣੀ। 8th is stability. It is a ability of instrument to retain its performance throughout its specified operating period. किसी instrument ਦੀ ability to retain its performance throughout its specified operating period. ਇਹ ਕਹਿ ਸਕਦੇ ਹਾਂ ਕਿ ਇੰਸਟਰੂਮੈਂਟ ਆਪਣਾ ਸਟੇਬਲ ਆ, ਜਾਂ ਕਹਿ ਲਓ ਇੰਸਟਰੂਮੈਂਟ ਖਰਾਬ ਨਹੀਂ ਹੋ ਰਿਹਾ ਬਾਰ-ਬਾਰ ਯੂਜ਼ ਕਰਨ ਦੇ ਬਾਵਜੂਦ, ਠੀਕ ਹੈ, ਓਵਰ ਅ ਰੇਂਜ ਆਫ ਓਪਰੇਟਿੰਗ ਪੀਰੀਅਡ। ਕੁਛ ਆਪਾਂ ਬੋਲਤਾ ਕਿ ਇੰਨੇ ਕੁਛ ਟਾਈਮ ਪੀਰੀਅਡ ਆ ਇੰਸਟਰੂਮੈਂਟ, ਕਈ ਵਾਰੀ ਨਾ ਕੀ ਹੁੰਦਾ ਇੰਸਟਰੂਮੈਂਟ ਜਦੋਂ ਆਪਾਂ ਬਾਰ-ਬਾਰ ਯੂਜ਼ ਕਰਦੇ ਹੋ ਹੀਟ ਅਪ ਹੋ ਕੇ ਉਹਨਾਂ ਦੀ ਪਰਫੋਰਮੈਂਸ 'ਤੇ ਇਫੈਕਟ ਪੈਣ ਲੱਗ ਜਾਂਦਾ, ਉਹ ਚੀਜ਼ ਕੀ ਹੁੰਦੀ ਆ, ਸਟੇਬਿਲਿਟੀ ਦੇ ਅਗੇਂਸਟ ਹੁੰਦੀ ਆ, ਠੀਕ ਹੈ। ਬਾਰ-ਬਾਰ ਯੂਜ਼ ਕਰਨ ਨਾਲ ਇੰਸਟਰੂਮੈਂਟ ਦੀ ਰੀਡਿੰਗਸ ਇਫੈਕਟ ਹੋਣ ਲੱਗ ਜਾਂਦੇ ਨੇ, ਕਿਉਂ, ਕਿਉਂਕਿ ਉਹ ਹੀਟ ਅਪ ਹੋ ਜਾਂਦਾ।
ਤਾਂ ਸਟੇਬਿਲਿਟੀ ਕੀ ਹੋਊਗੀ, ਕਿੰਨੀ ਰੇਂਜ ਉਹ ਸਸਟੇਨ ਕਰ ਪਾ ਰਿਹਾ ਵਿਦਾਊਟ ਐਨੀ ਇਫੈਕਟ ਔਨ ਇਟਸ ਆਊਟਪੁੱਟ। 9th is tolerance, ability to sustain the environmental issues। environmental issues, tolerance ਮਤਲਬ ਆਪਾਂ ਨੇ ਕੀ ਕੀਤਾ, ਇੰਸਟਰੂਮੈਂਟ ਆਪਾਂ ਇਨਵਾਇਰਨਮੈਂਟ ਦੇ ਵਿੱਚ ਹੀ ਯੂਜ਼ ਕਰਨਾ। ਮੈਂ ਪਹਿਲਾਂ ਹੀ ਬੋਲਿਆ ਸੀ ਕਿ ਫੀਲਡ ਦੇ ਵਿੱਚ ਆਪਾਂ ਨੇ ਵਾਲੇ ਇੰਸਟਰੂਮੈਂਟਸ ਯੂਜ਼ ਕਰਨੇ ਨੇ। ਹੁਣ ਉਹ ਫੀਲਡ ਦੇ ਵਿੱਚ ਐਕਸਟਰਨਲ ਇਨਵਾਇਰਨਮੈਂਟਲ ਇਫੈਕਟਸ ਵੀ ਇਫੈਕਟ ਕਰਨਗੇ। ਫੋਰ ਐਗਜ਼ਾਮਪਲ ਕੋਈ ਇੰਸਟਰੂਮੈਂਟ ਯੂਜ਼ ਕੀਤਾ ਆਪਾਂ ਨੇ, ਪੂਰੇ ਦਿਨ ਦਾ ਟੈਂਪਰੇਚਰ ਮੇਜਰ ਕਰਨ ਵਾਸਤੇ ਬਾਹਰ ਰੱਖਿਆ ਆਪਾਂ ਨੇ ਧੁੱਪ ਦੇ ਵਿੱਚ, ਤਾਂ ਜੇ ਮੰਨ ਲਓ ਬਾਰਿਸ਼ ਆ ਗਈ ਤਾਂ ਉਹ ਖ਼ਰਾਬ ਹੋ ਜਾਊਗਾ। ਠੀਕ ਹੈ, ਤਾਂ ਇੰਸਟਰੂਮੈਂਟ ਆਪਾਂ ਨੂੰ ਇੱਦਾਂ ਦਾ ਬਣਾਉਣਾ ਪਊਗਾ ਜੋ ਐਕਸਟਰਨਲ ਇਨਵਾਇਰਨਮੈਂਟਲ ਫੈਕਟਰਸ ਨੂੰ ਟੋਲਰੇਟ ਕਰ ਸਕੇ। ਠੀਕ ਹੈ, ਲਾਸਟ ਇਜ਼ ਐਰਰ। ਐਰਰ ਆਪਾਂ ਜਿੱਦਾਂ ਪਹਿਲਾਂ ਪੜ੍ਹਿਆ ਕੀ ਆ, ਇਟ ਇਜ਼ ਦ ਡਿਫਰੈਂਸ ਬਿਟਵੀਨ ਮੈਜਰਡ ਵੈਲਿਊ ਐਂਡ true value. It is also included in the performance characteristics of instruments. These all are the static characteristics of instruments. Now we will discuss the dynamic characteristics. There are only few, 3 to 4. Here we are discussing the main ones. Speed of response. First dynamic characteristics is speed of response. स्पीड मतलब हाउ रैपिडली इंस्ट्रूमेंट रिस्पॉन्ड करूँगा। इट डिस्क्राइब्स हाउ रैपिडली मेजरिंग इंस्ट्रूमेंट रिस्पॉन्ड्स टू चेंज इन मेजर्ड क्वांटिटी। इनपुट चेंज हो रही आ, मान लो अपने इनपुट दे रहे हैं कुछ इंस्ट्रूमेंट नू, या कह लो जी चीज़ मैयर कर रहे हैं दैट इज़ इनपुट, वो चेंज हो रही आ, ਤਾਂ जो ਮੈਜਰਿੰਗ इंस्ट्रूमेंट आउटपुट दे रहा ਤਾਂ ਉਹ ਵੀ जल्दी चेंज होनी चाहिए। वो कितनी जल्दी चेंज हो रही हैगी, ਉਹ ਕੌਣ ਡਿਸਾਈਡ ਕਰੂਗਾ, ਸਪੀਡ ਆਫ ਰਿਸਪੌਂਸ। ਆਪਾਂ ਨੂੰ ਇਹ ਚੀਜ਼ ਕੀ ਆ, ਗੁੱਡ ਆ, ਚਾਹੀਦੀ ਹੈ ਇਹ ਚੀਜ਼ ਆਪਾਂ ਨੂੰ ਕਿ ਰੈਪਿਡਲੀ ਰਿਸਪੌਂਡ ਕਰੀਏ। ਜੇ ਮੈਜਰਿੰਗ ਮਤਲਬ ਕਿਸੇ ਜਗ੍ਹਾ ਦਾ ਟੈਂਪਰੇਚਰ ਇਨਕਰੀਜ਼ ਕਰ ਰਿਹਾ ਅਤੇ ਆਪਾਂ ਉਹਨੂੰ ਮੇਜਰ ਕਰ ਰਹੇ ਹਾਂ ਕੋਈ ਇੰਸਟਰੂਮੈਂਟ ਯੂਜ਼ ਕਰਕੇ, ਜੇ ਟੈਂਪਰੇਚਰ ਚੇਂਜ ਹੋ ਰਿਹਾ ਜਿੰਨੇ ਸਪੀਡ 'ਤੇ, ਤਾਂ ਓਨੀ ਸਪੀਡ 'ਤੇ ਹੀ ਆਪਣੇ ਇੰਸਟਰੂਮੈਂਟ ਨੂੰ ਉਹ ਚੀਜ਼ ਸ਼ੋ ਕਰਨੀ ਪੈਣੀ ਆਪਾਂ ਨੂੰ ਰੀਡਿੰਗ 'ਤੇ। ਦਿਸ ਇਜ਼ ਕਾਲਡ ਸਪੀਡ ਆਫ ਰਿਸਪੌਂਸ। ਨੈਕਸਟ ਇਜ਼ ਫਿਡਿਲਿਟੀ। It is also very important. It is the degree to which an instrument indicates the change in measured variable without dynamic output. देखो fidelity की है, it is the degree to which an instrument indicates the change in measured variable without dynamic output. Output ਦੇ ਉੱਪਰ changes नहीं आ रहे, that is called fidelity. Last is measuring lag. It is a retardation in the response of measurement system to change in the input. Measuring lag मतलब ਇਹਦਾ ਉਲਟਾ ਹੋ ਗਿਆ, ਸਪੀਡ ਆਫ ਰਿਸਪੌਂਸ ਦਾ ਉਲਟਾ ਹੋ ਗਿਆ ਕਿ ਇਨਪੁਟ ਚੇਂਜ ਹੋ ਰਹੀ ਆ ਬਟ ਆਊਟਪੁੱਟ ਦੇ ਉੱਪਰ ਜੋ ਕੀ ਆ ਰਿਹਾ ਗਾ, ਮੈਜਰਿੰਗ ਇੰਸਟਰੂਮੈਂਟ ਦੀ ਜੋ ਆਊਟਪੁੱਟ ਆ ਰਹੀ ਉਹਦੇ ਵਿੱਚ ਕੁਛ ਡਿਲੇ ਆ ਰਿਹਾ। ਰਿਟਾਰਡੇਸ਼ਨ ਮਤਲਬ ਡਿਲੇ। This is all about our first introduction part. Thank you.